गुड मॉर्निंग प्यारे विद्यार्थियों। ਅੱਜ ਆਪਾਂ ਆਪਣੀ 10ਵੀਂ ਜਮਾਤ ਦਾ ਅਭਿਆਸ 5 ਅੰਕ ਗਣਿਤਕ ਲੜੀਆਂ ਜਿਸ ਨੂੰ ਆਪਾਂ ਏਪੀ ਬੋਲਦੇ ਹਾਂ ਅਰਥਮੈਟਿਕ ਪ੍ਰੋਗਰੈਸ਼ਨ ਚੈਪਟਰ ਨੰਬਰ 5 ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਅੰਕ ਗਣਿਤਕ ਲੜੀਆਂ ਜਿਹੜੀਆਂ ਹੁੰਦੀਆਂ ਅਰਥਮੈਟਿਕ ਪ੍ਰੋਗਰੈਸ਼ਨ ਕੀ ਚੀਜ਼ ਹੁੰਦੀ ਹੈ। ਅੰਕ ਗਣਿਤਕ ਲੜੀਆਂ ਜੋ ਹੈ ਇੱਕ ਆਪਣੇ ਕੋਲ ਇਸ ਤਰ੍ਹਾਂ ਦੀ ਸੀਰੀਜ਼ ਹੋਏਗੀ ਲਿਖੀ ਹੋਈ ਜਿਸ ਵਿੱਚ ਕੀ ਹੋਏਗਾ ਜਿਹੜੇ ਲਗਾਤਾਰ ਉਸਦੀਆਂ ਟਰਮਾਂ ਆਉਣਗੀਆਂ ਉਹਨਾਂ ਦੇ ਵਿੱਚ ਅੰਤਰ ਜਿਹੜਾ ਹੋਏਗਾ ਬਰਾਬਰ ਜਿਸ ਵਿੱਚ ਹੋਏਗਾ ਉਸ ਨੂੰ ਆਪਾਂ ਕੀ ਬੋਲਦੇ ਹਾਂ ਅੰਕ ਗਣਿਤਕ ਲੜੀਆਂ ਬੋਲਦੇ ਹਾਂ। ਕਿਸ ਤਰ੍ਹਾਂ ਜਿਵੇਂ ਦੇਖੋ ਮੰਨ ਲਓ ਆਪਣੇ ਕੋਲ ਕੋਈ ਇਸ ਤਰ੍ਹਾਂ ਲਿਖਤਾ 2 4 6 8 10 12 14 16 ਇਹ ਇਸ ਤਰ੍ਹਾਂ ਚੱਲੀ ਜਾਏਗਾ। ਇਹ ਇੱਕ ਅੰਕ ਗਣਿਤਕ ਲੜੀ ਦੀ ਐਗਜ਼ਾਮਪਲ ਹੈ। ਦੇਖੋ ਇਹ ਇਹਨਾਂ ਨੂੰ ਆਪਾਂ ਕੀ ਬੋਲਦੇ ਹਾਂ, ਇਹਨਾਂ ਨੂੰ ਬੋਲਦੇ ਹਾਂ ਆਪਾਂ ਪਦ ਅੰਕ ਗਣਿਤਕ ਲੜੀਆਂ ਦੇ ਜਾਂ ਟਰਮ। ਇਹਨਾਂ ਦੇ ਵਿੱਚ ਜਿਹੜਾ ਅੰਤਰ ਹੈ ਦੇਖੋ 2 ਦਾ ਅੰਤਰ ਹੈ ਸਾਰਿਆਂ ਦੇ ਵਿੱਚ। ਇਹ ਅੰਤਰ ਜਿਨ੍ਹਾਂ ਵਿੱਚ ਬਰਾਬਰ ਹੋਏਗਾ ਉਹਨਾਂ ਲੜੀਆਂ ਨੂੰ ਆਪਾਂ ਅੰਕ ਗਣਿਤਕ ਲੜੀਆਂ ਬੋਲਦੇ ਹਾਂ। ਇਹ ਸਭ ਤੋਂ ਕਾਮਨ ਐਗਜ਼ਾਮਪਲ ਹੈਗੀ ਹੈ ਅੰਕ ਗਣਿਤਕ ਲੜੀ ਦੀ। ਜਿਵੇਂ ਦੇਖੋ ਅੰਕ ਗਣਿਤਕ ਲੜੀ ਕਿਸ ਤਰ੍ਹਾਂ ਵੀ ਹੋ ਸਕਦੀ ਹੈ, ਇਸ ਤਰ੍ਹਾਂ ਵੀ ਹੋ ਸਕਦੀ। ਦੇਖੋ 5 10 15 20 25 30 ਅੰਤਰ ਕਿੰਨੇ ਦਾ ਹਰੇਕ ਪਦ ਦੇ ਵਿੱਚ 5 ਦਾ। ਇਹ ਵੀ ਅੰਕ ਗਣਿਤਕ ਲੜੀ ਹੈ। ਬਹੁਤ ਐਗਜ਼ਾਮਪਲਾਂ ਹੋ ਸਕਦੀਆਂ ਅੰਕ ਗਣਿਤਕ ਲੜੀਆਂ ਦੀਆਂ। ਇਹ ਇੱਕ ਐਗਜ਼ਾਮਪਲ ਆ ਗਈ ਆਪਣੇ ਕੋਲ, ਉੱਥੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਅੰਕ ਗਣਿਤਕ ਲੜੀਆਂ ਕੀ ਚੀਜ਼ ਹੁੰਦੀਆਂ ਨੇ। ਇਸ ਤੋਂ ਬਾਅਦ ਦੇਖੋ ਅੱਗੇ ਆਪਾਂ ਦੇਖਾਂਗੇ ਵੀ ਆਪਾਂ ਆਪਣੇ ਚੈਪਟਰ ਦੇ ਵਿੱਚ ਕੀ ਕੁਝ ਕਰਨਾ ਹੈਗਾ। ਹੁਣ ਆਪਾਂ ਆ ਜਾਈਏ ਆਪਣੇ ਚੈਪਟਰ ਦੇ ਅਕੋਰਡਿੰਗ ਕੀ ਕਰਾਂਗੇ। ਦੇਖੋ ਅੰਕ ਗਣਿਤਕ ਲੜੀ ਕੀ ਹੁੰਦੀ ਹੈ ਆਪਣੇ ਕੋਲ a plus b a plus 2d a plus 3d a plus 4d a plus 5d ਇਸ ਤਰ੍ਹਾਂ ਚੱਲੀ ਜਾਏਗਾ। ਇਹਨਾਂ ਨੂੰ ਜਿਵੇਂ ਇਹਦੇ ਵਿੱਚ ਆਪਾਂ ਬੋਲਦੇ ਹਾਂ ਪਹਿਲਾ ਪਦ, ਦੂਸਰਾ ਪਦ, ਤੀਸਰਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ, ਅੱਠਵਾਂ, ਇਸ ਤਰ੍ਹਾਂ ਅੱਗੇ ਚੱਲੀ ਜਾਏਗੀ। ਯਾਨੀ ਕਿ ਫਸਟ ਟਰਮ, ਸੈਕਿੰਡ ਟਰਮ, ਥਰਡ ਟਰਮ, ਫੋਰਥ ਟਰਮ, ਫਿਫਥ ਟਰਮ, ਸਿਕਸਥ, ਸੈਵਨਥ, ਏਟਥ ਇਸ ਤਰ੍ਹਾਂ ਦੀ ਜਾਏਗੀ। ਦੇਖੋ ਫਸਟ ਟਰਮ, ਸੈਕਿੰਡ ਟਰਮ, ਥਰਡ, ਫੋਰਥ, ਫਿਫਥ, ਸਿਕਸਥ ਸੇਮ ਇਸੇ ਤਰ੍ਹਾਂ ਦੇ ਵਿੱਚ। ਦੇਖੋ ਆ ਹੈਗਾ ਆਪਣੇ ਕੋਲ ਫਸਟ ਟਰਮ, ਆ ਆਪਣੇ ਕੋਲ ਸੈਕਿੰਡ ਟਰਮ, ਆ ਹੈਗੀ ਆਪਣੇ ਕੋਲ ਥਰਡ, ਆ ਹੈਗੀ ਹੈ ਫੋਰਥ, ਫਿਫਥ, ਸਿਕਸਥ। ਯਾਨੀ ਕਿ ਇਸ ਟਰਮ ਨੂੰ ਆਪਾਂ ਲਿਖਦੇ ਹਾਂ ਦੇਖੋ A1 A2 A3 A4 A5 A6 ਇਹ ਇਸ ਤਰ੍ਹਾਂ ਅੱਗੇ ਚੱਲੀ ਜਾਣਗੀਆਂ ਟਰਮਸ ਜਿਹੜੀਆਂ। ਆਪਾਂ ਕੋਈ ਵੀ ਇੱਕ ਟਰਮ ਤੋਂ ਅਗਲੀ ਟਰਮ ਲਿਖਣੀ ਹੋਵੇ ਤਾਂ ਆਪਾਂ ਕੀ ਕਰਦੇ ਹੁੰਦੇ ਹਾਂ ਉਹਦੇ ਵਾਸਤੇ ਇੱਕ ਹਰੇਕ ਅੰਕ ਗਣਿਤਕ ਲੜੀ ਦੇ ਵਿੱਚ ਫਿਕਸ ਆਪਣੇ ਕੋਲ ਨੰਬਰ ਹੋਇਆ ਕਰੇਗਾ ਜਿਹੜਾ ਆਪਾਂ ਅਗਲੇ ਟਰਮ ਨੂੰ ਲਿਖਣ ਵਾਸਤੇ ਪਿਛਲੀ ਟਰਮ ਦੇ ਐਡ ਕਰ ਦਿਆ ਕਰਾਂਗੇ ਤਾਂ ਅਗਲੀ ਟਰਮ ਆ ਜਾਇਆ ਕਰੇਗੀ। ਉਸ ਫਿਕਸ ਨੰਬਰ ਨੂੰ ਆਪਾਂ ਕੀ ਬੋਲਦੇ ਹਾਂ, ਉਸ ਨੂੰ ਬੋਲਦੇ ਹਾਂ ਕਾਮਨ ਡਿਫਰੈਂਸ ਯਾਨੀ ਕਿ ਸਾਂਝਾ ਅੰਤਰ। ਕਾਮਨ ਡਿਫਰੈਂਸ ਸਾਂਝਾ ਅੰਤਰ ਜਿਸ ਨੂੰ ਆਪਾਂ ਡੀ ਨਾਲ ਲਿਖਦੇ ਹਾਂ, ਸਮਾਲ ਡੀ ਨਾਲ। ਤੇ ਜਿਹੜੀ ਫਸਟ ਟਰਮ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਆ ਪਹਿਲਾ ਪਦ। ਫਸਟ ਟਰਮ ਆਫ ਏਪੀ ਉਹਨੂੰ ਆਪਾਂ ਲਿਖਦੇ ਹਾਂ ਹਮੇਸ਼ਾ ਏ ਨਾਲ। ਹੁਣ ਦੇਖੋ ਕੀ ਹੈ, ਆਪਾਂ ਇੱਕ ਟਰਮ ਆਪਾਂ ਨੂੰ ਪਤਾ ਹੋਵੇ ਨੈਕਸਟ ਟਰਮ ਲਿਖਣੀ ਹੋਵੇ ਤਾਂ ਆਪਾਂ ਉਹਦੇ ਕੀ ਕਰਾਂਗੇ, ਜਿਹੜੇ ਆਪਾਂ ਨੂੰ ਇੱਕ ਕਾਮਨ ਅੰਤਰ ਦਿੱਤਾ ਹੋਏਗਾ ਸਾਂਝਾ ਅੰਤਰ ਉਹ ਜੋੜਿਆ ਕਰਾਂਗੇ ਹਰੇਕ ਵਾਰੀ। ਤਾਂ ਦੇਖੋ ਇੱਥੇ ਦੇਖੋ ਆਪਣੇ ਕੋਲ ਕੀ ਹੈ ਫਸਟ ਟਰਮ ਕਿੰਨਾ ਏ, ਆ ਦੇਖੋ ਏ ਲਿਖਤਾ ਆਪਾਂ ਫਸਟ ਟਰਮ ਹੋ ਗਿਆ ਫਸਟ। ਸੈਕਿੰਡ ਟਰਮ ਵਾਸਤੇ ਕੀ ਕਰਾਂਗੇ, ਪਿਛਲੀ ਟਰਮ ਕਿਹੜੀ ਹੈ ਫਸਟ ਟਰਮ, ਉਹਦੇ ਵਿੱਚ ਆਪਾਂ ਕੀ ਜੋੜਤਾ ਡੀ ਜੋੜਤਾ, ਸੈਕਿੰਡ ਟਰਮ ਆ ਗਈ। ਸੈਕਿੰਡ ਤੋਂ ਬਾਅਦ ਥਰਡ ਵਾਲੀ ਵਾਸਤੇ ਕੀ ਕਰਾਂਗੇ, ਸੈਕਿੰਡ ਦੇ ਵਿੱਚ ਥਰਡ ਲਿਖਣ ਵਾਸਤੇ ਫਿਰ ਡੀ ਜੋੜਾਂਗੇ।
ਇੱਥੇ ਕਿੰਨਾ 1d ਹੈਗਾ, 1d ਹੋਰ ਜੁੜੇਗਾ ਤਾਂ ਕਿੰਨਾ ਹੋ ਜਾਏਗਾ 2d ਹੋ ਜਾਏਗਾ। ਉਸ ਤੋਂ ਅਗਲੇ ਵਿੱਚ 2d ਹੈ, 1d ਹੋਰ ਜੋੜਾਂਗੇ ਕਿੰਨਾ ਹੋ ਜਾਏਗਾ 3d। ਉਸ ਤੋਂ ਅਗਲੇ ਜੇ 4d 5d। ਇਸ ਤਰ੍ਹਾਂ ਆਪਣੇ ਕੋਲ ਅੱਗੇ ਤੋਂ ਅੱਗੇ ਟਰਮਸ ਜਿਹੜੀਆਂ ਨੇ ਹੁੰਦੀਆਂ ਆਉਂਦੀਆਂ ਰਹਿਣਗੀਆਂ, ਜਿੰਦੇ ਵਿੱਚ ਆਪਣੇ ਕੋਲ ਦੇਖੋ ਕੀ ਹੈਗਾ ਕਾਮਨ ਡਿਫਰੈਂਸ ਚਾਹੀਦਾ ਆਪਾਂ ਨੂੰ, ਫਸਟ ਟਰਮ ਚਾਹੀਦੀ ਹੁੰਦੀ ਹੈ। ਠੀਕ ਹੈ, ਹੁਣ ਆਪਣੇ ਕੋਲ ਗੱਲ ਆ ਜਾਂਦੀ ਹੈ ਵੀ ਆਪਾਂ ਇਹ ਦੇਖਣਾ ਹੋਵੇ ਵੀ ਕੋਈ ਆਪਣੇ ਕੋਲ ਲੜੀ ਲਿਖੀ ਹੋਈ ਹੈ, ਆਪਾਂ ਇਹ ਦੱਸਣਾ ਹੋਵੇ ਵੀ ਇਹ ਲੜੀ ਦੱਸੋ ਅੰਕ ਗਣਿਤਕ ਲੜੀ ਹੈ ਜਾਂ ਨਹੀਂ, ਤਾਂ ਆਪਾਂ ਕੀ ਕਰਾਂਗੇ, ਜਿਵੇਂ ਦੇਖੋ ਆਪਣੇ ਕੋਲ ਮੰਨ ਲਓ ਇਸ ਤਰ੍ਹਾਂ ਲਿਖਤਾ 7 14 21 28 35 42 ਇਸ ਤਰ੍ਹਾਂ ਮੰਨ ਲਓ। ਆਪਾਂ ਇਹ ਦੱਸਣਾ ਵੀ ਕੀ ਆ ਲੜੀ ਜਿਹੜੀ ਲਿਖੀ ਹੋਈ ਆਪਣੇ ਕੋਲ ਇਹ ਲੜੀ ਅੰਕ ਗਣਿਤਕ ਹੈ ਜਾਂ ਨਹੀਂ, ਤਾਂ ਆਪਾਂ ਕੀ ਕਰਦੇ ਹੁੰਦੇ ਆ ਇਹਦਾ ਅੰਤਰ ਚੈੱਕ ਕਰਦੇ ਹੁੰਦੇ ਆ। ਅੰਤਰ ਕਿਵੇਂ ਚੈੱਕ ਹੁੰਦਾ, ਦੇਖੋ ਹਮੇਸ਼ਾ ਹੀ ਜਦੋਂ ਆਪਾਂ ਕਿਸੇ ਲੜੀ ਦਾ ਡੀ ਕੱਢਣਾ ਹੋਵੇ, ਕਾਮਨ ਡਿਫਰੈਂਸ ਕੱਢਣਾ ਹੋਵੇ, ਤਾਂ ਆਪਾਂ ਕੀ ਕਰਦੇ ਆ ਸੈਕਿੰਡ ਟਰਮ ਮਾਈਨਸ ਫਸਟ ਟਰਮ ਕਰਦੇ ਹੁੰਦੇ ਆ। ਸੈਕਿੰਡ ਟਰਮ ਮਾਈਨਸ ਫਸਟ ਟਰਮ ਆਪਾਂ ਕਰਾਂਗੇ ਤਾਂ ਕੀ ਹੋ ਜਾਏਗਾ, ਦੇਖੋ ਇਹਨੂੰ ਆਪਾਂ a2 ਲਿਖਦੇ ਹਾਂ, ਇਹਨੂੰ a1 ਲਿਖਦੇ ਹਾਂ, ਤਾਂ a2 ਮਾਈਨਸ a1 14 ਮਾਈਨਸ 7 ਕਿੰਨਾ ਆ ਗਿਆ 7। ਉਸ ਤੋਂ ਅੱਗੇ ਦੇਖੋ a3 ਮਾਈਨਸ a2 ਕਰਾਂਗੇ ਆਪਾਂ 21 ਮਾਈਨਸ 14 ਕਿੰਨਾ ਆ ਗਿਆ 7। ਉਸ ਤੋਂ ਅੱਗੇ a4 ਮਾਈਨਸ a3 ਕਰਾਂਗੇ 28 ਮਾਈਨਸ 21 ਕਿੰਨਾ ਆ ਗਿਆ 7। ਤੇ ਆ ਦੇਖੋ ਇਸ ਤਰ੍ਹਾਂ ਆ ਸਾਰਾ ਕਾਮਨ ਡਿਫਰੈਂਸ ਜਿਹੜਾ ਹੈਗਾ ਹਰੇਕ ਟਰਮ ਦਾ ਇਕੁਅਲ ਆ ਰਿਹਾ। ਇਟ ਮੀਨਸ ਕੀ ਹੋ ਗਿਆ, ਆ ਜਿਹੜੀ ਲੜੀ ਹੈਗੀ ਆਪਣੇ ਕੋਲ ਕੀ ਹੈ ਅੰਕ ਗਣਿਤਕ ਲੜੀ ਹੈ, ਜਿਸ ਦੇ ਵਿੱਚ ਫਸਟ ਟਰਮ a ਇਕੁਅਲ ਟੂ ਕਿੰਨਾ ਹੈ 7 ਹੈ ਤੇ ਕਾਮਨ ਡਿਫਰੈਂਸ d ਕਿੰਨਾ ਹੈਗਾ 7 ਹੈ। ਇਹ ਆਪਣੇ ਕੋਲ ਅੰਕ ਗਣਿਤਕ ਲੜੀਆਂ ਦੀ ਇੱਕ ਜਾਣ ਪਛਾਣ ਆ ਗਈ ਹੈ ਵੀ ਅੰਕ ਗਣਿਤਕ ਲੜੀਆਂ ਕੀ ਹੁੰਦੀਆਂ ਨੇ। ਹੁਣ ਆਪਾਂ ਆਪਣੇ ਕੋਲ ਚੈਪਟਰ 5 ਦੀ 5.1 ਜਿਹੜੀ ਆਪਣੇ ਕੋਲ ਐਕਸਰਸਾਈਜ਼ ਹੈਗੀ ਹੈ ਉਹ ਕਰਾਂਗੇ। ਉਸ ਵਿੱਚ ਉਸਦਾ ਆਪਾਂ ਫਸਟ ਕੁਐਸਚਨ ਜਿਹੜਾ ਹੈਗਾ ਉਹ ਨਹੀਂ ਕਰਾਂਗੇ, ਕਿਉਂਕਿ ਆਪਾਂ ਉਹੀ ਕੰਮ ਕਰਾਂਗੇ ਜਿਹੜਾ ਆਪਣੇ ਪੈਟਰਨ ਜਿਹੜਾ ਹੋਏਗਾ ਪੇਪਰ ਦਾ ਜਿਸ ਦੇ ਨਾਲ ਰਿਲੇਟਡ ਹੈਗਾ। ਐਕਸਰਸਾਈਜ਼ 5.1 ਸੈਕਿੰਡ ਕੁਐਸਚਨ ਤੇ ਆ ਜਾਵਾਂਗੇ ਆਪਾਂ ਡਾਇਰੈਕਟ। ਸੈਕਿੰਡ ਕੁਐਸਚਨ ਵਿੱਚ ਦੇਖੋ ਕੀ ਹੈਗਾ, ਦਿੱਤੀ ਹੋਈ AP ਦੇ ਪਹਿਲੇ 4 ਪਦ ਲਿਖੋ ਜਦੋਂ ਕਿ ਪਹਿਲਾ ਪਦ A ਹੈ ਤੇ ਸਾਂਝਾ ਅੰਤਰ D ਹੇਠ ਅਨੁਸਾਰ ਹਨ। ਸੈਕਿੰਡ ਦਾ ਫਸਟ ਪਾਰਟ ਆਪਾਂ ਕਰਨ ਜਾ ਰਹੇ ਹਾਂ। ਦੇਖੋ ਜਿਸ ਵਿੱਚ ਉਹਨੇ ਆਪਾਂ ਨੂੰ ਕਿਹਾ ਵੀ A ਜਿਹੜਾ ਹੈਗਾ ਉਹ ਕਿੰਨਾ ਹੈ 10 ਹੈ ਤੇ D ਕਿੰਨਾ ਹੈਗਾ ਇਹ ਵੀ 10 ਹੈ। ਫਸਟ 4 ਟਰਮਸ ਲਿਖਣੀਆਂ ਨੇ ਆਪਾਂ AP ਦੀਆਂ। ਹੁਣੇ ਥੋੜੀ ਦੇਰ ਪਹਿਲਾਂ ਆਪਾਂ ਇੱਥੇ ਦੇਖੋ ਕੀਤਾ ਸੀਗਾ ਵੀ ਇੱਕ ਤੋਂ ਨੈਕਸਟ ਟਰਮ ਕਿਵੇਂ ਲਿਖ ਸਕਦੇ ਹਾਂ ਆਪਾਂ। ਦੇਖੋ ਫਸਟ ਟਰਮ ਆਪਣੇ ਕੋਲ A ਦਿੱਤਾ ਹੈ, ਆਪਾਂ ਇੱਥੇ ਲਿਖਤਾ ਫਸਟ ਟਰਮ A1 ਇਜ਼ ਇਕੁਅਲ ਟੂ A। A ਦੀ ਵੈਲਿਊ ਕਿੰਨੀ ਹੈ 10, ਇੱਥੇ ਆਪਾਂ ਭਰਤਾ 10। ਫਸਟ ਟਰਮ ਆ ਗਈ ਆਪਣੇ ਕੋਲ। ਸੈਕਿੰਡ ਟਰਮ ਦੇਖੋ A2 ਕੀ ਹੈਗਾ, ਕੀ ਕਰਾਂਗੇ ਜਿਹੜੀ ਟਰਮ ਤੋਂ ਅਗਲੀ ਟਰਮ ਲਿਖਣੀ ਆਪਾਂ ਇੱਕ D ਐਡ ਕਰ ਦਿਆਂਗੇ। D ਕਿੰਨਾ ਹੈਗਾ 10 ਤੇ ਇੱਥੇ ਆਪਾਂ ਦੇਖੋ ਕੀ ਲਿਖਾਂਗੇ A ਪਲੱਸ D ਕਿੰਨਾ ਆ ਜਾਏਗਾ 10 ਪਲੱਸ 10 ਕਿੰਨਾ ਆ ਗਿਆ 20 ਆ ਗਿਆ। ਸੈਕਿੰਡ ਟਰਮ ਆ ਗਈ। ਥਰਡ ਟਰਮ ਦੇਖੋ ਇਸ ਟਰਮ ਦੇ ਵਿੱਚ ਆਪਾਂ ਕੀ ਕਰਾਂਗੇ ਇੱਕ D ਹੋਰ ਐਡ ਕਰਤਾ, ਇੱਥੇ ਇੱਕ D ਹੋਰ ਐਡ ਹੋਏਗਾ ਕਿੰਨਾ ਬਣ ਗਿਆ 2D ਬਣ ਗਿਆ। A ਪਲੱਸ 2D ਕਿੰਨਾ ਆ ਗਿਆ 10 ਪਲੱਸ 2 ਇੰਟੂ 10 ਕਿੰਨਾ ਬਣ ਗਿਆ 30 ਆ ਗਿਆ। ਉਸ ਤੋਂ ਅੱਗੇ ਫੋਰਥ ਟਰਮ A ਪਲੱਸ 3D A ਕਿੰਨਾ ਹੈ 10 ਪਲੱਸ 3 ਇੰਟੂ D ਦੀ ਵੈਲਿਊ ਕਿੰਨੀ ਹੈ 10 ਕਿੰਨਾ ਆ ਗਿਆ ਆਪਣੇ ਕੋਲ 30 ਤੇ 10 ਕਿੰਨਾ ਆ ਗਿਆ 40। ਦੇਖੋ ਆ ਆਪਣੇ ਕੋਲ ਫਸਟ ਸੈਕਿੰਡ ਥਰਡ ਤੇ ਫੋਰਥ ਫਸਟ 4 ਟਰਮਸ ਆ ਗਈਆਂ ਆਪਣੇ ਕੋਲ। ਇੱਥੋਂ ਦੇਖੋ ਇੱਕ ਚੀਜ਼ ਹੋਰ ਤੁਹਾਨੂੰ ਪਤਾ ਚੱਲੀ ਜਾਊਗੀ, ਇਹਦਾ ਇੱਕ ਫਾਰਮੂਲਾ ਵੀ ਹੈ ਆਪਾਂ ਨੈਕਸਟ ਐਕਸਰਸਾਈਜ਼ ਵਿੱਚ ਕਰਾਂਗੇ। ਇੱਥੇ ਦੇਖੋ ਕੀ ਹੈਗਾ ਆਪਣੇ ਕੋਲ ਜਿਹੜੀ ਆਪਾਂ ਟਰਮ ਲਿਖਣੀ ਹੋਏਗੀ D ਉਸ ਤੋਂ ਇੱਕ ਘੱਟ ਹੋਏਗਾ। ਦੇਖੋ ਜਿਵੇਂ ਮੰਨ ਲਓ 2 ਨੰਬਰ ਟਰਮ ਲਿਖਣੀ ਹੈ ਆਪਾਂ, ਆ 2 ਹੈ ਇੱਥੇ D ਕਿੰਨਾ ਹੈਗਾ 1। 3 ਲਿਖਣੀ ਹੈ ਤਾਂ D ਕਿੰਨੇ ਹੈ 2। 4 ਲਿਖਣੀ ਹੈ ਤਾਂ D ਕਿੰਨੇ ਹੈ 3।
5 लिखांगे तो डी किन्ने आएंगे 4। बस ये अपने को इस तरह एक मैथड चलता रहेगा। आप देखो अगे एक होर क्वेश्चन करके देखते हैं, सैकेंड पार्ट करते हैं। ए इज इक्वल टू कितना -2 तो डी इज इक्वल टू कितना 0। सिंपल है बिल्कुल। देखो A1 A2 A3 A4 ये चार टर्म लिखनी है। A प्लस डी A प्लस 2D A प्लस 3D ये अपने को की है ने टर्म्स है ने वैल्यूज आप पुट करांगे। हम देखो A कितना अपने को -2 A प्लस डी कितना यानी कि A तो है -2 तो D कितना 0 तो कितना आ गया -2। A -2 है प्लस 2 गुणा डी कितना 0 2 गुणा 0 0 हो गया तो -2 आ गया। A कितना -2 प्लस 3 गुणा 0 कितना आ गया -2। चार टर्म आ गई अपने को। उस तो बाद देखो अगे थर्ड क्वेश्चन देखो A इक्वल टू 4 D इक्वल टू है -3। सेम उस तरह ही आप A1 लिखांगे A2 लिखांगे A प्लस डी A3 लिखांगे आप A प्लस 2D A4 आप लिखांगे A प्लस 3D। वैल्यूज भर देंगे इन्हों दिया। ए की वैल्यू कितनी आई अपने को ए की वैल्यू आएगी अपने को 4 A प्लस डी 4 प्लस माइनस आ गया 3 प्लस माइनस माइनस 4 माइनस 3 कितना आ गया अपने को 1। 4 प्लस 2 गुणा -3 4 प्लस माइनस माइनस 2 तीया 6 कितना आ गया माइनस का अपने को 2। A प्लस 3D A कितना अपने को 4 प्लस 3 गुणा डी कितना -3 4 प्लस माइनस माइनस 3 तीया 9 कितना आ गया अपने को माइनस का 5। अपने को 4 1 2 माइनस का माइनस का 5 अपने को आ गया। फर्स्ट 4 टर्म्स ऑफ AP आ गई अपने को। अगे आ जाएंगे आप देखो फोर्थ पार्ट से इनके A इक्वल टू कितना -1 D इक्वल टू कितना 1/2। टर्म्स लिखांगे आप A1 A है A2 A प्लस D A3 कितना आ जाएगा अपने को A प्लस 2D A4 कितना आ जाएगा अपने को A प्लस 3D। वैल्यूज भरांगे A की वैल्यू भरती -1 फर्स्ट टर्म आ गई। सैकेंड टर्म देखो -1 प्लस 1 बटा 2 कितना आ जाएगा अपने को इत्थे आप 1 लगा देंगे। हर जोड़ा है लघुत्तम ले लांगे लघुत्तम लवांगे कितना आ जाएगा 2 -2 प्लस 1 कितना आ गया -1/2। उस तो अगे -1 प्लस 2 इंटू डी की वैल्यू कितनी 1/2 2 नाल 2 कैंसल हो गया कितना आ गया -1 प्लस 1 -1 प्लस 1 कितना आ गया 0। उस तो अगे A -1 है प्लस 3 गुणा D कितना है अपने को 1/2 मल्टीप्लाई कर देंगे 3 एकम 3 3/2 बन गया -1 प्लस 3/2 अंदा भी हर एक लगा देंगे लघुत्तम ले लांगे लघुत्तम कितना आ जाएगा अपने को देखो 2 लघुत्तम आ गया -2 प्लस 3 1/2। हाँ अपने को की आ गया फर्स्ट 4 टर्म्स ऑफ AP आ गई। आगे आ जाओ नैक्सट फिफ्थ पार्ट से इंदे फिफ्थ पार्ट जोड़ा है देखो की है अपने को A है -1.25 A है अपने को -1.25 ते D जोड़ा है कितना है अपने को -0.25।
टर्म्स लिखांगे आप देखो A1 लिखांगे सब तो पहला आप A1 इज इक्वल टू की होंदा A, A2 इज इक्वल टू A प्लस D, A3 इज इक्वल टू की होएगा A प्लस 2D, A4 इज इक्वल टू की होएगा A प्लस 3D। वैल्यूज पुट करांगे A की वैल्यू भरती किन्ने आ गया -1.25 आ गया, A प्लस D A किन्ना -1.25 प्लस माइनस का 0.25 प्लस माइनस माइनस किन्ना आ गया -1.25 माइनस 0.25 दोनों ऐड कर दें किन्ना आ जाएगा -1.5 आ गया। सेकंड टर्म आ गई। थर्ड टर्म पे आ जाओ ए की वैल्यू पुट करा -1.25 प्लस 2 इंटू -0.25 -1.25 प्लस माइनस माइनस 2 ना मल्टीप्लाई कर दें कितना आ जाएगा देखो 2 ना मल्टीप्लाई होगा 0.5 कितना बन गया -1.75 बन गया। आगे आ जाओ ए कितना -1.25 प्लस 3 इंटू डी कितना -0.25 -1.25 प्लस माइनस माइनस 3 ना मल्टीप्लाई कर दें कितना आ जाएगा 0.75 दोनों ऐड हो जाएंगे कितना आ जाएगा माइनस अपने को 2.0 ये अपने को आ गई फोर्थ टर्म। ये अपने को सीगा एक्सरसाइज 5.1 का सैकेंड क्वेश्चन जिनके 4 पार्ट है सी। उस तो अगे देखो नैक्सट क्वेश्चन जो है थर्ड क्वेश्चन है वो आप करन जा रहे हैं जिस विच आप सिर्फ तो सिर्फ बहुत सिंपल क्वेश्चन है ए अते डी की वैल्यू ही आप पता करनी है। जिवें देखो अपने को थर्ड क्वेश्चन है हेठा हरेक एपी के लिए पहला पद ते सांझा अंतर पता करो। एपी लिखी है देखो अपने को 3 1 -1 -3 इसका आप फस्ट टर्म अते कॉमन डिफरेंस पता करना है। फस्ट टर्म की वैल्यू की होंगी है ए यानी एक तो आप ए पता करना है हरेक क्वेश्चन के एक आप डी पता करना है। ए अपन पता लग गया देखो की है जी नंबर 1 से टर्म लिखी हुई कितनी है 3 अद्धा क्वेश्चन हो गया। सैकेंड देखो डी कढ़ना है डी मैं तुहानू हुणे दस्सिया थोड़ी देर पहला जो क्वेश्चन आप स्टार्ट करन लगे सी भी सैकेंड टर्म माइनस फस्ट टर्म जो होंगे हमेशा वो होंगे डी होंगे कॉमन डिफरेंस A2 माइनस A1 A2 कितना है 1 है माइनस A1 कितना है 3 है तो कितना आ गया -2 आ ए की वैल्यू आ गई अपने को अपने को की आ गया डी की वैल्यू आ गई। क्वेश्चन खत्म। सैकेंड पार्ट देखो की है -5 -1 3 एंड 7 ए कितना अपने को फर्स्ट टर्म -5 डी इज इक्वल टू A2 माइनस A1 A2 कितना -1 माइनस -5 माइनस माइनस की हो जाएगा प्लस -1 प्लस 5 कितना आ गया अपने को 4 आ ए की वैल्यू आ गई फर्स्ट टर्म अपने को आ कॉमन डिफरेंस आ गया। थर्ड पार्ट देखो ऐसा थर्ड पार्ट अपने को 1/3 5/3 9/3 एंड 13/3 ए इज इक्वल टू फर्स्ट टर्म 1/3 डी इज इक्वल टू की आ जाएगा A2 माइनस A1 A2 कितना अपने को 5/3 माइनस A1 1/3 एलसीएम कितना आ गया 3 5 माइनस 1 कितना आ गया 4/3 ये अपने को कॉमन डिफरेंस आ गया थर्ड पार्ट का। अगे देखो इसका फोर्थ पार्ट जोड़ा है वो अपने को की है
थर्ड द फोर्थ पार्ट 0.6 1.7 2.8 3.9 एंड सो ऑन। ये अपने को AP सीरीज लिखी हुई है। A इक्वल टू कितना आ जाएगा इहदे कोल 0.6, D इक्वल टू A2 माइनस A1, A2 कितना अपने को 1.7 माइनस 0.6 कितना आ गया 1.1, हाँ D आ गया A। ये अपने को जी 5.1 एक्सरसाइज जी सी सैकेंड एंड थर्ड क्वेश्चन सी। इस एक्सरसाइज का एक क्वेश्चन हो रहा है, फोर्थ क्वेश्चन है, हेठ लिखिया विचों किहड़े किहड़े AP हैं, जेकर कोई AP है तो उसका साझा आंसर पता करो। ये आप पहला चेक करना आएगा भी AP सीरीज है या नहीं है। ये क्वेश्चन आप कल करांगे। अज वास्ते तुहाडे कोल सिर्फ एक्सरसाइज 5.1 का थर्ड क्वेश्चन ते सैकेंड क्वेश्चन दो इसी नाल इंट्रोडक्शन सी AP सीरीज की। थैंक यू।